गुड मॉर्निंग स्टूडेंट्स, वेलकम टू द क्लास। ਆਪਾਂ ਕਰ ਰਹੇ ਸੀ ਚੈਪਟਰ ਨੰਬਰ 13 ਆਰ ਇਨਵਾਇਰਮੈਂਟ। ਇਸ ਦਾ ਲਾਸਟ ਟੌਪਿਕ ਰਹਿ ਗਿਆ ਸੀ ਆਪਣਾ, ਉਹ ਹੁਣ ਆਪਾਂ ਡਿਸਕਸ ਕਰਾਂਗੇ ਮੈਨੇਜਿੰਗ ਦ ਗਾਰਬੇਜ ਵੀ ਪ੍ਰੋਡਿਊਸ। ਜਿਹੜਾ ਆਪਾਂ ਗਾਰਬੇਜ ਯਾਨੀ ਕਿ ਕੂੜਾ ਹੁੰਦਾ ਆਪਣਾ ਹਿਊਮਨ ਵੇਸਟ ਹੁੰਦਾ, ਇਹਨੂੰ ਆਪਾਂ ਕਿਵੇਂ ਮੈਨੇਜ ਕਰ ਸਕਦੇ ਹਾਂ। In a daily activities, we generate a lot of materials that are thrown away. What are some of these waste materials? What happen after we throw them? Let us perform an activity to find these answers. ਹੁਣ ਆਪਣੇ ਕੋਲ ਕਿੰਨੀ ਤਰ੍ਹਾਂ ਦਾ ਵੇਸਟ ਮਟੀਰੀਅਲ ਹੁੰਦਾ। ਆਪਾਂ ਦੇਖੋ ਕਿਚਨ ਦਾ ਵੇਸਟ ਮਟੀਰੀਅਲ ਹੁੰਦਾ, ਜਿਵੇਂ ਪੁਰਾਣਾ ਖਾਣਾ, ਵੈਜੀਟੇਬਲ ਪੀਲਸ, ਚਾਹ ਪੱਤੀ, ਦੁੱਧ ਦੇ ਪੈਕੇਟ ਹੈ ਜਾਂ ਹੋਰ ਕੋਈ ਖਾਲੀ ਬੋਟਲਸ ਨੇ। ਕਾफ़ी ਸਾਰੀ ਚੀਜ਼ਾਂ ਹੁੰਦੀਆਂ ਨੇ, ਪੁਰਾਣੇ ਫਟੇ ਹੋਏ ਕੱਪੜੇ, ਸ਼ੂਜ਼ ਪੁਰਾਣੇ। ਇਹ ਸਾਰਾ ਕੁਝ ਕੀ ਹੈ, ਆਪਣਾ ਵੇਸਟ ਹੀ ਹੈ ਜਿਹੜਾ ਹਿਊਮਨਸ ਦੀ ਡੇਲੀ ਐਕਟੀਵਿਟੀਜ਼ ਤੋਂ ਬਣਦਾ। We have seen in chapter life processes that the food we eat is digested by various enzymes in our body. Have you ever wondered why the same enzymes does not break down everything we eat? Enzymes are specific in their action. Specific enzymes are needed for the breakdown of the particular substance. That is why we will not get any energy if we try to eat coal. Because of this, many human-made materials like plastics will not be broken down by action of bacteria or other saprophytes. These materials will be acted upon by physical processes like heat and pressure. But under the ambient conditions found in our environment, these persist for a long time. ਹੁਣ ਆਪਾਂ ਨੇ ਲਾਈਫ ਪ੍ਰੋਸੈਸਿਸ 'ਚ ਤੁਸੀਂ ਪੜ੍ਹਿਆ ਸੀ, ਜਿਹੜਾ ਆਪਾਂ ਖਾਣਾ ਖਾਂਦੇ ਹਾਂ ਉਹਨੂੰ ਡਾਈਜੈਸਟ ਕਰਾਉਣ ਲਈ ਆਪਣੀ ਬੋਡੀ 'ਚ ਕਈ ਐਨਜ਼ਾਈਮ ਕੰਮ ਕਰਦੇ ਨੇ, ਪਰ ਇਹ ਐਨਜ਼ਾਈਮ ਹਰ ਚੀਜ਼ 'ਤੇ ਤਾਂ ਨਹੀਂ ਕੰਮ ਕਰਨਗੇ। ਜਿਵੇਂ ਕੋਇਲਾ ਖਾ ਲਓ, ਉਹ 'ਤੇ ਤਾਂ ਨਹੀਂ ਇਹ ਐਨਜ਼ਾਈਮ ਕੰਮ ਕਰਨਗੇ, ਉਹ ਤਾਂ ਆਪਾਂ ਨੂੰ ਐਨਰਜੀ ਤਾਂ ਦਿੰਦੀ ਨਹੀਂ। ਪਲਾਸਟਿਕਸ 'ਤੇ ਨਹੀਂ ਕੰਮ ਕਰ ਸਕਦੇ। ਹੁਣ ਇਹੋ ਜਿਹੀਆਂ ਚੀਜ਼ਾਂ ਨੂੰ, ਇਹੋ ਜਿਹੇ ਵੇਸਟ ਨੂੰ ਮੈਨੇਜ ਕਰਨ ਲਈ ਹੀਟ ਹੋ ਗਿਆ, ਪ੍ਰੈਸ਼ਰ ਹੋ ਗਿਆ, ਇਹੋ ਜਿਹੀਆਂ ਐਕਸਟਰਨਲ ਚੀਜ਼ਾਂ ਫਿਜ਼ੀਕਲ ਪ੍ਰੋਸੈਸਿਸ ਦੇ ਨਾਲ ਆਪਾਂ ਇਹਨਾਂ ਨੂੰ ਮੈਨੇਜ ਕਰਦੇ ਹਾਂ। ਸਬਸਟੈਂਸਿਸ ਦੈਟ ਆਰ ਬ੍ਰੋਕਨ ਡਾਊਨ ਬਾਈ ਬਾਇਓਲੋਜੀਕਲ ਪ੍ਰੋਸੈਸਿਸ ਆਰ said to be biodegradable. ਬਾਇਓਡੀਗ੍ਰੇਡੇਬਲ ਸਬਸਟੈਂਸਿਸ ਕਿਹੜੇ ਹੁੰਦੇ ਨੇ? ਜਿਹੜੇ ਬਾਇਓਲੋਜੀਕਲ ਪ੍ਰੋਸੈਸਿਸ ਦੇ ਨਾਲ ਆਪਣੇ ਟੁੱਟ ਜਾਂਦੇ ਨੇ। ਜਿਵੇਂ ਪੇਪਰ ਹੈ, ਪੇਪਰ ਨੂੰ ਧਰਤੀ ਦੇ ਨੀਚੇ ਦਬਾ ਦਿਓ, ਉਹ ਧਰਤੀ ਦੇ ਵਿੱਚ ਹੀ ਮਿਲ ਜੂਗਾ। ਪੇਪਰ ਕੀ ਹੈ? ਬਾਇਓਡੀਗ੍ਰੇਡੇਬਲ ਹੈ। ਪਰ ਹੁਣ ਪਲਾਸਟਿਕ ਹੈ, ਪਲਾਸਟਿਕ ਨੂੰ ਤੁਸੀਂ ਪਲਾਸਟਿਕ ਪੋਲੀਥੀਨ ਲਿਫਾਫਾ ਕਹਿ ਲਓ, ਤੁਸੀਂ ਉਹਨੂੰ ਤੁਸੀਂ ਸਾਲ ਵੀ ਅਗਰ ਧਰਤੀ ਦੇ ਨੀਚੇ ਦਬਾ ਕੇ ਰੱਖੋ, ਮਿੱਟੀ ਦੇ ਨੀਚੇ, ਉਹ ਫਿਰ ਵੀ ਮਿਕਸ ਨਹੀਂ ਹੋਊਗਾ, ਘੁਲੂਗਾ ਨਹੀਂ ਮਿੱਟੀ ਦੇ ਵਿੱਚ, ਉਵੇਂ ਦਾ ਉਵੇਂ ਹੀ ਰਹੂਗਾ। ਇਹੋ ਜਿਹੀ ਸਬਸਟੈਂਸਿਸ ਜਿਹੜੀਆਂ ਬ੍ਰੇਕ ਡਾਊਨ ਨਹੀਂ ਹੁੰਦੀਆਂ, ਉਹਨੂੰ ਕੀ ਕਿਹਾ ਜਾਂਦਾ? ਨਾਨ ਬਾਇਓਡੀਗ੍ਰੇਡੇਬਲ substances that are not broken down in this manner are said to be non-biodegradable. These substances may inert and simply persist in the environment for a long time and may harm the various members of the ecosystem. ਹੁਣ ਅਗਰ ਸੋਇਲ ਦੇ ਵਿੱਚ ਪਲਾਸਟਿਕ ਦੇ ਲਿਫਾਫੇ ਨੇ ਤਾਂ ਸੋਇਲ ਦੀ ਪਹਿਲਾਂ ਤਾਂ ਏਅਰ ਕੁਆਲਿਟੀ, ਬਰੀਥਿੰਗ, ਸਾਰੀ ਚੀਜ਼ਾਂ ਨੂੰ ਇਫੈਕਟ ਕਰੂਗਾ। ਉੱਥੇ ਰਹਿਣ ਵਾਲੇ ਜਿਹੜੇ ਜੀਵ ਜੰਤੂ ਉਹਨਾਂ ਨੂੰ ਇਫੈਕਟ ਕਰੂਗਾ। ਇਨਵਾਇਰਮੈਂਟ ਦੇ ਲਈ ਹਾਰਮਫੁਲ ਹੁੰਦੇ ਨੇ ਇਹ, ਠੀਕ ਹੈ। Visit any town or city and we are sure to find heaps of garbage all over the place. Visit any place of tourist interest and we are sure to find a place littered with anti-food wrappers. ਹੁਣ ਤੁਸੀਂ ਦੇਖੋ, ਜਦ ਆਪਾਂ ਕੂੜੇ ਦੇ ਢੇਰ ਹੈ, ਹੋਰ ਚੀਜ਼ਾਂ ਨੇ, ਆਪਾਂ ਕਿੰਨਾ ਗਾਰਬੇਜ ਹੈ ਫੈਲਾ ਕੇ ਰੱਖਦੇ ਹਾਂ ਹਿਊਮਨਸ। ਇਨ ਦ earlier classes we have talked about this problem of dealing with the garbage that we generate. Let us now look at the problem a bit more deeply. ਜਿਹੜਾ ਗਾਰਬੇਜ ਨੂੰ ਮੈਨੇਜ ਕਰਨਾ, ਉਹ ਤਾਂ ਇਨਸਾਨਾਂ ਨੇ ਹੁਣ ਜਿਹੜਾ ਗੰਦ ਫੈਲਾਇਆ ਉਸਨੂੰ ਮੈਨੇਜ ਵੀ ਉਹੀ ਕਰਨਗੇ। ਤਾਂ ਇੰਪਰੂਵਮੈਂਟ ਇਨ ਅ ਲਾਈਫ ਸਟਾਈਲ ਹੈਵ ਰਿਜ਼ਲਟਿਡ ਇਨ ਗ੍ਰੇਟ ਅਮਾਊਂਟਸ ਆਫ ਵੇਸਟ ਮਟੀਰੀਅਲ ਜਨਰੇਸ਼ਨ. Changes in attitude also have a role to play. With more and more things we use becoming disposable, changes in packing have resulted in much of our waste becoming non-biodegradable. ਹੁਣ ਕੀ ਹੈ, ਆਪਾਂ ਲਾਈਫ ਸਟਾਈਲ ਦੇ ਵਿੱਚ ਚੇਂਜਿਸ ਕਰਕੇ ਹੁਣ ਇਹਨੂੰ ਵੇਸਟ ਮਟੀਰੀਅਲ ਨੂੰ ਆਪਾਂ ਕਿਵੇਂ ਜਨਰੇਟ ਕਰ ਸਕਦੇ ਹਾਂ ਵੀ। ਜਿਵੇਂ ਆਪਾਂ ਪਲਾਸਟਿਕ ਦੀ ਬਜਾਏ ਪੇਪਰ ਬੈਗਸ ਯੂਜ਼ ਕਰਨੇ ਸ਼ੁਰੂ ਕਰ ਦਿਓ, ਡਿਸਪੋਜ਼ੇਬਲ ਚੀਜ਼ਾਂ ਯੂਜ਼ ਕਰਨੀਆਂ ਸ਼ੁਰੂ ਕਰ ਦਿਓ, ਜਿਹਦੇ ਨਾਲ ਇਨਵਾਇਰਮੈਂਟ ਦੇ ਵਿੱਚ ਵੇਸਟ ਮਟੀਰੀਅਲ ਘੱਟ ਜੇ। ਡਿਸਪੋਜ਼ੇਬਲ ਕੱਪਸ ਇਨ ਟ੍ਰੇਨਸ, ਹੁਣ ਇਸ ਦੇ ਵਿੱਚ ਗੱਲ ਕੀਤੀ ਗਈ ਹੈ ਵੀ ਪਹਿਲਾਂ ਦੇ ਟਾਈਮ ਦੇ ਵਿੱਚ ਪਲਾਸਟਿਕ ਦੇ ਕੱਪਸ ਦੇ ਵਿੱਚ, ਜਿਵੇਂ ਚਾਹ ਟ੍ਰੇਨ ਦੇ ਵਿੱਚ ਚਾਹ ਜਦੋਂ ਸਰਵ ਹੁੰਦੀ ਸੀ ਪਲਾਸਟਿਕ ਦੇ ਕੱਪ 'ਚ ਹੁੰਦੀ ਸੀਗੀ, ਪਰ ਜਿਹੜਾ ਪਲਾਸਟਿਕ ਆ ਉਹ ਨਾਨ ਬਾਇਓਡੀਗ੍ਰੇਡੇਬਲ ਇਨਵਾਇਰਮੈਂਟ 'ਚ ਪਿਆ ਰਹਿੰਦਾ ਸੀ। ਫਿਰ ਕੀ ਹੋਇਆ, ਕੂਲਰ ਯੂਜ਼ ਹੋਣ ਲੱਗ ਗਏ। ਪਰ ਕੂਲਰ ਦਾ ਕੀ ਇਫੈਕਟ ਸੀਗਾ ਵੀ ਉਹ ਜਿਹੜੀ ਫਰਟਾਈਲ ਸੋਇਲ ਹੁੰਦੀ ਸੀਗੀ, ਉਪਜਾਊ ਜ਼ਮੀਨ, ਉਸਦੇ ਵਿੱਚੋਂ ਮਿੱਟੀ ਯੂਜ਼ ਕਰਨ ਲੱਗ ਗਏ, ਉਹ ਵੀ ਇੰਨਾ ਇਫੈਕਟਿਵ ਵੇ ਨਹੀਂ ਸੀ। ਤਾਂ ਐਟ ਦ ਐਂਡ ਪੇਪਰ ਕੱਪਸ
यूज़ करन लग गए। पेपर कप्स क्यों यूज़ करन लग गए? पेपर कप्स बायोडिग्रेडेबल सीगे, अगर उन्होंने धरती 'ਚ दबा दईए ਤਾਂ ਉਹ ਮਿੱਟੀ ਦੇ ਵਿੱਚ ਰਲ ਜਾਂਦੇ ਨੇ। ਹੁਣ ਇਸ ਦੇ ਨਾਲ ਤੁਹਾਡਾ ਚੈਪਟਰ ਨੰਬਰ 13 ਕੰਪਲੀਟ ਹੋ ਗਿਆ। ਹੁਣ ਆਪਾਂ ਪਹਿਲਾਂ ਡਿਸਕਸ ਕਰਦੇ ਹਾਂ ਇਹਦੇ ਇਨਟੈਕਸਟ ਕੁਐਸਚਨਸ। ਹੁਣ ਆਪਣਾ ਫਸਟ ਇਨਟੈਕਸਟ ਕੁਐਸਚਨ ਹੈ पेज नंबर 214 ਦਾ 214। Why are some substances biodegradable and some non-biodegradable? Biodegradable substances are decomposed by biological processes. They automatically decompose over time with the help of enzymes produced by bacteria and other animals and become a part of the environment. But non-biodegradable substances are not decomposed by biological processes. Due to their synthetic structure, their bonds are very strong and enzymes cannot act on them. कोई चीज़ां बायोडिग्रेडेबल क्यों ਹੁੰਦੀਆਂ ਨੇ ਤੇ ਕੋਈ ਨਾਨ ਬਾਇਓਡਿਗਰੇਡੇਬਲ ਕਿਉਂ ਹੁੰਦੀਆਂ ਨੇ? ਜਿਹੜੀਆਂ ਚੀਜ਼ਾਂ ਐਨਜ਼ਾਈਮਸ ਨਾਲ ਟੁੱਟ ਜਾਣ, ਜਿਹੜੇ ਨੈਚੁਰਲ ਐਨਜ਼ਾਈਮਸ ਹੁੰਦੇ ਨੇ, ਬੈਕਟੀਰੀਆ ਹੁੰਦਾ ਉਹਨਾਂ ਦੇ ਨਾਲ ਟੁੱਟ ਜਾਣ, ਡੀਕੰਪੋਜ਼ ਹੋ ਜੇ ਬਾਇਓਲੋਜੀਕਲ ਪ੍ਰੋਸੈਸਿਸ ਨਾਲ, ਉਹ ਤਾਂ ਹੁੰਦੀਆਂ ਨੇ ਬਾਇਓਡਿਗਰੇਡੇਬਲ ਔਰ ਉਹ ਇਨਵਾਇਰਮੈਂਟ ਦਾ ਹੀ ਹਿੱਸਾ ਬਣ ਜਾਂਦੀਆਂ ਨੇ। ਜਿਵੇਂ ਹੁਣ ਪੇਪਰ ਹੈ ਉਹ ਟੁੱਟ ਕੇ ਮਿੱਟੀ ਦੇ ਵਿੱਚ ਮਿਲ ਜਾਂਦਾ, ਮਿੱਟੀ ਵੀ ਬਣ ਜਾਂਦਾ। ਪਰ ਜਿਹੜੀਆਂ ਚੀਜ਼ਾਂ ਨਹੀਂ ਟੁੱਟਦੀਆਂ, ਜਿਨ੍ਹਾਂ 'ਚ ਸਿੰਥੈਟਿਕ ਸਟਰਕਚਰ ਹੁੰਦਾ, ਮੈਨ ਮੇਡ ਹੁੰਦੀਆਂ ਨੇ ਔਰ ਆਪਾਂ ਉਹਨਾਂ ਦੇ ਬੌਂਡਸ ਨਹੀਂ ਤੋੜ ਪਾਉਂਦੇ, ਸਟਰੋਂਗ ਬੌਂਡਸ ਹੁੰਦੇ ਨੇ, ਐਨਜ਼ਾਈਮਸ ਉਹਨਾਂ 'ਤੇ ਕੰਮ ਨਹੀਂ ਕਰਦੇ, ਉਹ ਚੀਜ਼ਾਂ ਨੂੰ ਕੀ ਕਿਹਾ ਜਾਂਦਾ? ਨਾਨ ਬਾਇਓਡਿਗਰੇਡੇਬਲ ਸਬਸਟੈਂਸਿਸ। ਗਿਵ ਐਨੀ 2 ਵੇਜ਼ ਇਨ ਵਿਚ ਬਾਇਓਡਿਗਰੇਡੇਬਲ ਸਬਸਟੈਂਸਿਸ ਵੁੱਡ ਅਫੈਕਟ ਦ ਇਨਵਾਇਰਮੈਂਟ। ਬਾਇਓਡਿਗਰੇਡੇਬਲ ਸਬਸਟੈਂਸਿਸ ਇਨਵਾਇਰਮੈਂਟ ਨੂੰ ਕਿਵੇਂ ਅਫੈਕਟ ਕਰਦੀਆਂ ਨੇ? ਪਹਿਲੀ ਚੀਜ਼ ਤਾਂ ਜਿਹੜੀ ਇਹ ਬਾਇਓਡਿਗਰੇਡੇਬਲ ਵੇਸਟ ਹੁੰਦਾ, ਇਹ ਇਨਵਾਇਰਮੈਂਟ 'ਚ ਬਹੁਤ ਜ਼ਿਆਦਾ ਬਣਦਾ, ਜਿਹਦੇ ਕਰਕੇ ਸਮੈਲ, ਬਦਬੂ ਔਰ ਬਿਮਾਰੀਆਂ ਫੈਲਦੀਆਂ ਨੇ। ਮਤਲਬ ਸਮੈਲ ਹੁੰਦੇ ਆ, ਉਸ 'ਤੇ ਮੱਖੀਆਂ ਵਗੈਰਾ ਫਿਰਦੀਆਂ ਨੇ ਤਾਂ ਉਹਦੇ ਨਾਲ ਬਿਮਾਰੀਆਂ ਫੈਲਦੀਆਂ ਨੇ। ਹਾਰਮਫੁਲ ਬੈਕਟੀਰੀਆ ਇਨਵਾਇਰਮੈਂਟ ਦੇ ਵਿੱਚ, ਐਟਮੋਸਫੀਅਰ ਦੇ ਵਿੱਚ ਆਉਂਦਾ। ਉਸ ਤੋਂ ਬਾਅਦ ਹੈ ਗਿਵ ਐਨੀ 2 ਵੇਜ਼ ਇਨ ਵਿਚ ਨਾਨ ਬਾਇਓਡਿਗਰੇਡੇਬਲ ਸਬਸਟੈਂਸਿਸ ਵੁੱਡ ਇਫੈਕਟ ਦ ਇਨਵਾਇਰਮੈਂਟ। ਹੁਣ ਨਾਨ ਬਾਇਓਡਿਗਰੇਡੇਬਲ ਕਿਵੇਂ ਨੁਕਸਾਨ ਕਰਦੀਆਂ ਨੇ ਇਨਵਾਇਰਮੈਂਟ ਦਾ? ਜਿਹੜੀਆਂ ਨਾਨ ਬਾਇਓਡਿਗਰੇਡੇਬਲ ਸਬਸਟੈਂਸਿਸ ਨੇ, ਡੀਕੰਪੋਜ਼ ਤਾਂ ਹੁੰਦੀਆਂ ਨਹੀਂ। ਹੁਣ ਪਲਾਸਟਿਕ ਹੈ, ਸਾਲੋ ਸਾਲ, ਹਜ਼ਾਰਾਂ ਸਾਲ ਐਵੇਂ ਹੀ ਰਹੂਗਾ ਇਨਵਾਇਰਮੈਂਟ ਦੇ ਵਿੱਚ। ਇਹ ਇੰਡਸਟਰੀਜ਼ ਦੇ ਵਿੱਚ ਅਲੱਗ-ਅਲੱਗ ਕੈਮੀਕਲਸ ਤੋਂ ਬਣਦੀਆਂ ਨੇ, ਜਿਹਦੇ ਕਰਕੇ ਇਹਨਾਂ ਦੇ ਬੌਂਡ ਸਟਰੋਂਗ ਹੁੰਦੇ ਨੇ, ਪਰ ਇਹ ਇਨਵਾਇਰਮੈਂਟ ਨੂੰ ਨੁਕਸਾਨ ਕਰਦੀਆਂ ਨੇ। ਇਹਨਾਂ ਦਾ ਇਕੱਠਾ ਹੋਣਾ, ਹੁਣ ਜਿਵੇਂ ਜ਼ਮੀਨ ਦੇ ਵਿੱਚ ਪਲਾਸਟਿਕ ਹੋ ਗਿਆ ਤਾਂ ਇਕੱਠਾ ਹੁੰਦਾ ਜਿਹੜਾ ਇਹਨਾਂ ਦਾ, ਉਹਨੂੰ ਕਿਹਾ ਜਾਂਦਾ ਬਾਇਓਮੈਗਨੀਫਿਕੇਸ਼ਨ। ਬਾਇਓਮੈਗਨੀਫਿਕੇਸ਼ਨ ਦੇ ਨਾਲ ਫੂਡ ਚੇਨ ਦੇ ਵਿੱਚ ਬਿਮਾਰੀਆਂ ਔਰ ਹਾਰਮਫੁਲ ਟੌਕਸਿਕ ਜਿਹੜੇ ਆਪਾਂ ਮਟੀਰੀਅਲਸ ਕਹਿੰਦੇ ਹਾਂ, ਟੌਕਸਿਕ ਕੈਮੀਕਲਸ ਬਣਦੇ ਨੇ। ਨੈਕਸਟ ਹੈ ਤੁਹਾਡੇ ਇਨਟੈਕਸਟ ਕੁਐਸਚਨਸ, ਪੇਜ ਨੰਬਰ 216 ਦੇ। ਵਟ ਆਰ ਟ੍ਰੋਫਿਕ ਲੈਵਲਸ? ਗਿਵ ਐਨ ਐਗਜ਼ਾਮਪਲ ਆਫ ਅ ਫੂਡ ਚੇਨ ਐਂਡ ਸਟੇਟ ਦ ਡਿਫਰੈਂਟ ਟ੍ਰੋਫਿਕ ਲੈਵਲਸ ਇਨ ਇਟ। ਹੁਣ ਟ੍ਰੋਫਿਕ ਲੈਵਲਸ ਕੀ ਹੁੰਦੇ ਨੇ? ਦ ਆਰਗੇਨਿਜ਼ਮਸ ਆਕਿਊਪਾਈਂਗ ਦ ਪੋਜੀਸ਼ਨ ਆਫ ਪ੍ਰੋਡਿਊਸਰ ਐਂਡ ਕੰਜ਼ਿਊਮਰ in the food chain provide a definite structure to the biosphere, which is called trophic level. The producer has first place in the food chain. If we consume plants, they are only producer and consumer levels in the chain. There are more consumers in the food chain of carnivores. ਹੁਣ ਟ੍ਰੋਫਿਕ ਲੈਵਲਸ ਕੀ ਹੁੰਦੇ ਨੇ? ਫੂਡ ਚੇਨ ਦੇ ਅਲੱਗ-ਅਲੱਗ ਲੈਵਲ। ਪਹਿਲਾ ਲੈਵਲ ਕੀ ਹੈ? ਪ੍ਰੋਡਿਊਸਰ, ਦੂਜਾ ਹਰਬੀਵੋਰ, ਕਾਰਨੀਵੋਰ। ਇਹ ਸਾਰੇ ਕੀ ਨੇ? ਇਹ ਫੂਡ ਚੇਨ ਦੇ ਲੈਵਲਸ ਨੂੰ ਕਿਹਾ ਜਾਂਦਾ ਟ੍ਰੋਫਿਕ ਲੈਵਲਸ। ਹੁਣ ਇਹਨਾਂ ਦੀ ਐਗਜ਼ਾਮਪਲ ਹੈ ਪੂਰੇ ਫੂਡ ਚੇਨ ਦੀ। ਪ੍ਰੋਡਿਊਸਰ ਕੀ ਹੈ? ਗ੍ਰਾਸ ਆਪਣੇ ਆਪ ਬਣਦਾ, ਉਹਨੂੰ ਕੌਣ ਖਾਂਦਾ ਹੈ? ਗ੍ਰਾਸ ਹੌਪਰ। ਗ੍ਰਾਸ ਹੌਪਰ ਕੀ ਹੋ ਗਿਆ ਫਿਰ? ਆਪਣਾ ਹਰਬੀਵੋਰ, ਸੈਕਿੰਡ ਲੈਵਲ ਆ ਗਿਆ ਟ੍ਰੋਫਿਕ ਲੈਵਲ ਦਾ। ਹੁਣ ਗ੍ਰਾਸ ਹੌਪਰ ਨੂੰ ਕੌਣ ਖਾਂਦਾ ਹੈ? ਫਰੋਗ। ਫਰੋਗ ਕੀ ਹੋ ਗਿਆ? ਕਾਰਨੀਵੋਰ, ਥਰਡ ਲੈਵਲ। ਔਰ ਸਭ ਤੋਂ ਉੱਪਰ ਕੌਣ ਹੈ? ਸਨੇਕ। ਇਹ ਵੀ ਕੀ ਹੈ? ਕਾਰਨੀਵੋਰ ਹੈ, ਫੋਰਥ ਲੈਵਲ ਹੋ ਗਿਆ ਟ੍ਰੋਫਿਕ ਲੈਵਲਸ ਦਾ। ਵਟ ਇਜ਼ ਦ ਰੋਲ ਆਫ ਡੀਕੰਪੋਜ਼ਰਸ ਇਨ ਦ ਇਕੋਸਿਸਟਮ? ਡੀਕੰਪੋਜ਼ਰਸ ਦਾ ਕੀ ਕੰਮ ਹੁੰਦਾ ਹੈ ਇਕੋਸਿਸਟਮ ਦੇ ਵਿੱਚ? ਜਿਹੜੇ ਇਹ ਮਾਈਕਰੋਸਕੋਪਿਕ ਆਰਗੇਨਿਜ਼ਮਸ ਹੁੰਦੇ ਨੇ, ਬੈਕਟੀਰੀਆ, ਸੈਪਰੋਫਾਈਟਸ, ਫੰਜਾਈ ਜਾਂ ਡੈਡ ਆਰਗੈਨਿਕ ਵੇਸਟ ਹੁੰਦੇ ਨੇ, ਇਹ ਉਹਨਾਂ ਨੂੰ ਆਪਣੇ ਖਾਣੇ ਦੇ ਤੌਰ 'ਤੇ ਯੂਜ਼ ਕਰਦੇ ਨੇ। ਉਹਨਾਂ ਨੂੰ ਇਨਵਾਇਰਮੈਂਟ ਦੇ ਵਿੱਚੋਂ ਤੋੜ ਕੇ ਕਲੀਨ ਕਰਦੇ ਨੇ, ਮਤਲਬ ਉਹਨੂੰ ਸਿੰਪਲਰ ਸਬਸਟੈਂਸ 'ਚ ਤੋੜ ਦਿੰਦੇ ਨੇ, ਫਿਰ ਉਹਨੂੰ ਖਾ ਕੇ ਖ਼ਤਮ ਕਰ ਦਿੰਦੇ ਨੇ ਇਨਵਾਇਰਮੈਂਟ ਦੇ ਵਿੱਚੋਂ। ਦ ਪੀਲਸ ਆਫ ਫਰੂਟਸ, ਵੈਜੀਟੇਬਲਸ, ਰੋਟਨ ਫਰੂਟਸ, ਆਰਗੈਨਿਕ ਵੇਸਟ, ਕਾਓ ਡੰਗ, rotten parts of trees and plants are decomposed by decomposers and they are easily found in nature. Decomposers convert complex organic matter into simpler inorganic substances that are reused by plants when mixed with soil. ਤੇ ਉਸ ਤੋਂ ਬਾਅਦ ਜਿਹੜਾ ਉਹਨਾਂ ਦਾ ਰੈਜ਼ੀਡਿਊ ਬਚਦਾ
ਉਹ ਸੋਇਲ ਦੇ ਵਿੱਚ ਮਿਕਸ ਹੋ ਜਾਂਦਾ ਹੈ ਅਤੇ ਉਹਦੇ ਕੰਮ ਸੋਇਲ ਦੀ ਫਰਟੀਲਿਟੀ ਨੂੰ ਵਧਾਉਣ ਦਾ ਕੰਮ ਕਰਦਾ ਹੈ ਫਿਰ ਉਹ। ਹੁਣ ਨੈਕਸਟ ਆ ਗਿਆ ਆਪਣੇ ਬੁੱਕ ਐਕਸਰਸਾਈਜ਼ ਦੇ ਕੁਐਸਚਨਸ। ਫਸਟ ਕੁਐਸਚਨ ਕੀ ਹੈ ਤੁਹਾਡਾ, ਵਟ ਇਜ਼ ਓਜ਼ੋਨ ਐਂਡ ਹਾਊ ਡਜ਼ ਇਟ ਇਫੈਕਟ ਐਨ ਇਕੋਸਿਸਟਮ। ਓਜ਼ੋਨ ਕੀ ਹੁੰਦੀ ਹੈ? ਓਜ਼ੋਨ ਇੱਕ 3 ਆਕਸੀਜਨਸ ਤੋਂ ਬਣਿਆ ਹੋਇਆ ਐਟਮ ਹੈ। ਆਕਸੀਜਨ ਦੇ 3 ਮੋਲੀਕਿਊਲ ਜੁੜ ਕੇ ਕੀ ਬਣਾਉਂਦੇ ਨੇ? O3 ਓਜ਼ੋਨ, ਜਿਹਦੀ ਲੇਅਰ ਸਟ੍ਰੈਟੋਸਫੀਅਰ ਤੋਂ 16 ਕਿਲੋਮੀਟਰ ਉੱਪਰ ਹੈ, ਜਿਹੜੀ ਕਿ ਅਰਥ ਨੂੰ UV ਰੇਡੀਏਸ਼ਨ ਜਿਹੜੇ ਹੁੰਦੇ ਨੇ, ਅਲਟਰਾਵਾਇਲਟ ਰੇਡੀਏਸ਼ਨਸ ਤੋਂ ਬਚਾਉਂਦੀ ਹੈ। ਅਲਟਰਾਵਾਇਲਟ ਰੇਡੀਏਸ਼ਨਸ ਜਿਹੜੇ ਹੁੰਦੇ ਨੇ ਆਪਣੇ ਹਿਊਮਨ ਬੀਇੰਗਸ ਲਈ ਜਾਂ ਲਿਵਿੰਗ ਆਰਗੈਨਿਜ਼ਮਸ ਲਈ ਹਾਰਮਫੁਲ ਹੁੰਦੇ ਨੇ। ਇਹ ਸਕਿਨ ਕੈਂਸਰ ਤੱਕ ਦੀਆਂ ਬਿਮਾਰੀਆਂ ਪੈਦਾ ਕਰਦੇ ਨੇ। ਡਿਊ ਟੂ ਡਿਪਲੀਸ਼ਨ ਆਫ ਓਜ਼ੋਨ ਲੇਅਰ ਅਰਾਊਂਡ ਦ ਅਰਥ, ਦ ਅਲਟਰਾਵਾਇਲਟ ਰੇਜ਼ ਕਮਿੰਗ ਫਰੋਮ ਦ ਸਨਲਾਈਟ will start reaching the earth without any hindrance and will start affecting the ecosystem. Since 1980, the amount of ozone in the atmosphere has started declining rapidly. Ozone also affects the ecosystem on the following grounds. ਹੁਣ ਜਿਹੜਾ ਇਹਦਾ ਕੀ ਹੈ, ਓਜ਼ੋਨ ਦਾ ਡਿਪਲੀਟ ਹੋਣਾ, ਮਤਲਬ ਓਜ਼ੋਨ ਦਾ ਐਟਮੋਸਫੀਅਰ ਦੇ ਵਿੱਚ ਘਟਣਾ, ਓਜ਼ੋਨ ਲੇਅਰ 'ਚ ਹੋਲ ਹੋਣਾ, ਇਹਦੇ ਨਾਲ ਕੀ ਹੁੰਦਾ? ਇਹਨਾਂ ਚੀਜ਼ਾਂ ਦੇ ਵਿੱਚ ਫਰਕ ਪੈਂਦਾ। ਇੱਕ ਤਾਂ ਆਪਣੀ ਰੇਨਫਾਲ ਔਰ ਟੈਂਪਰੇਚਰ 'ਤੇ ਫਰਕ ਪੈਂਦਾ। ਟੈਂਪਰੇਚਰ ਧਰਤੀ ਦਾ ਵਧਣ ਲੱਗ ਗਿਆ ਹੈ। ਆਪਣੀ ਕ੍ਰੌਪਸ 'ਤੇ ਫਰਕ ਪਊਗਾ ਜੇ ਰੇਨਫਾਲ ਨਹੀਂ ਹੋਊਗਾ, ਟੈਂਪਰੇਚਰ ਨਹੀਂ ਸਹੀ ਰਹੂਗਾ ਤਾਂ ਕ੍ਰੌਪ 'ਤੇ ਫਰਕ ਪਊ। ਐਕੁਐਟਿਕ ਆਰਗੈਨਿਜ਼ਮਸ ਨੇ, ਜੇ ਪਾਣੀ ਹੀਟ ਜ਼ਿਆਦਾ ਹੋਊਗੀ, ਪਾਣੀ ਘੱਟ ਜੂਗਾ, ਐਕੁਐਟਿਕ ਲਾਈਫ ਨੂੰ ਡੇਂਜਰ ਹੈ। ਲਾਸ ਆਫ ਇਮਿਊਨਿਟੀ ਐਂਡ ਇੰਕਰੀਜ਼ ਇਨ ਸਕਿਨ ਕੈਂਸਰ ਹੋ ਰਿਹਾ ਹੈ। ਇਕੋਲੋਜੀਕਲ ਇੰਬੈਲੈਂਸ, ਮਤਲਬ ਆਪਣਾ ਜਿਹੜਾ ਇਕੋਸਿਸਟਮ ਹੈ, ਫੂਡ ਚੇਨ ਹੈ, ਉਹ ਇੰਬੈਲੈਂਸ ਹੋ ਰਹੀ ਹੈ। ਮਿਊਟੇਸ਼ਨਸ ਇਨ ਮਾਈਕਰੋ ਆਰਗੈਨਿਜ਼ਮਸ ਐਂਡ ਦੇਅਰ ਕਾਜ਼ ਆਫ ਡੈਥ, ਜਿਹੜੇ ਮਾਈਕਰੋ ਆਰਗੈਨਿਜ਼ਮਸ ਨੇ ਉਹਨਾਂ ਦੀ ਡੈਥ ਤੱਕ ਵੀ ਇਹ ਕਾਜ਼ ਕਰ ਰਿਹਾ ਹੈ। ਹਾਊ ਕੈਨ ਯੂ ਹੈਲਪ ਇਨ ਰਿਡਿਊਸਿੰਗ ਦ ਪ੍ਰੋਬਲਮ ਆਫ ਵੇਸਟ ਡਿਸਪੋਜ਼ਲ। ਗਿਵ 2 ਮੈਥਡਸ। ਤੁਸੀਂ ਵੇਸਟ ਨੂੰ ਕਿਵੇਂ ਡਿਸਪੋਜ਼ ਕਰ ਸਕਦੇ ਹੋ? Garbage is very harmful for both the individual and the society because it only spreads pollution, but it also causes many types of diseases. ਪਹਿਲਾਂ ਆਪਾਂ ਕੀ ਕਰ ਸਕਦੇ ਹਾਂ? ਇੱਕ ਤਾਂ ਰੀਸਾਈਕਲ ਕਰ ਸਕਦੇ ਹਾਂ, ਜਿਵੇਂ ਪੇਪਰ ਹੈ, ਪਲਾਸਟਿਕ ਹੈ, ਮੈਟਲ ਹੈ, ਇਹਨਾਂ ਸਾਰਿਆਂ ਨੂੰ ਆਪਾਂ ਰੀਸਾਈਕਲ ਕਰ ਸਕਦੇ ਹਾਂ। ਟਰੀਜ਼ ਨੂੰ ਬਚਾ ਸਕਦੇ ਹਾਂ, ਪੇੜ ਪੌਦਿਆਂ ਨੂੰ ਬਚਾ ਸਕਦੇ ਹਾਂ ਕੱਟ ਹੋਣ ਤੋਂ। ਪਲਾਸਟਿਕ ਹੈ ਉਹਦਾ ਯੂਜ਼ ਘਟਾ ਸਕਦੇ ਹਾਂ, ਔਰ ਜਿੰਨਾ ਪਲਾਸਟਿਕ ਹੈਗਾ ਇਨਵਾਇਰਮੈਂਟ 'ਚ ਉਹਨੂੰ ਵਾਰ ਯੂਜ਼ ਕਰ ਸਕਦੇ ਹਾਂ। ਬਰਿੰਗ ਇਨ ਦ ਸੋਇਲ, ਦ ਵੇਸਟ ਕੈਨ ਬੀ ਡਿਸਪੋਜ਼ਡ ਬਾਈ ਬਰਿੰਗ ਦ ਬਾਇਓਡੀਗ੍ਰੇਡੇਬਲ ਸਬਸਟੈਂਸਿਸ ਇਨ ਦ ਸੋਇਲ। ਜੇ ਆਪਾਂ ਬਾਇਓਡੀਗ੍ਰੇਡੇਬਲ ਸਬਸਟੈਂਸਿਸ ਨੂੰ ਆਪਣੀ ਮਿੱਟੀ ਦੇ ਵਿੱਚ ਮਿਕਸ ਕਰ ਦਾਂਗੇ, ਡਿਸਪੋਜ਼ ਕਰ ਦਾਂਗੇ, ਤਾਂ ਉਹ ਤੋਂ ਕੀ ਬਣ ਜਾਂਦਾ? ਖਾਦ ਬਣ ਜਾਂਦੀ ਹੈ। ਖਾਦ ਆਪਣੀ ਫੀਡ ਦੇ ਵਿੱਚ ਫਸਲਾਂ 'ਚ ਕੰਮ ਆ ਸਕਦੀ ਹੈ। ਹੁਣ ਅੱਗੇ ਆ ਗਏ ਪੇਜ ਨੰਬਰ 216 ਦੇ ਬੁੱਕ ਐਕਸਰਸਾਈਜ਼ ਦੇ ਕੁਐਸਚਨਸ। ਸਭ ਤੋਂ ਪਹਿਲਾਂ ਤੁਹਾਡੇ ਕੋਲ ਵਿਚ ਆਫ ਦ ਫੋਲੋਇੰਗ ਗਰੁੱਪਸ ਕੰਟੇਨ ਓਨਲੀ ਬਾਇਓਡੀਗ੍ਰੇਡੇਬਲ ਆਈਟਮਸ। ਇਹਨਾਂ 'ਚੋਂ ਕਿਹੜੀ ਸਿਰਫ ਬਾਇਓਡੀਗ੍ਰੇਡੇਬਲ ਆਈਟਮਸ ਨੇ? ਦੇਖੋ, ਆਪਸ਼ਨ ਏ ਹੈ ਗ੍ਰਾਸ, ਫਲਾਰ, ਲੈਦਰ। ਜਿਹੜਾ ਏ ਆਪਸ਼ਨ ਹੈ ਗ੍ਰਾਸ, ਫਲਾਰ ਅਤੇ ਲੈਦਰ, ਇਹ ਕੀ ਨੇ? ਬਾਇਓਡੀਗ੍ਰੇਡੇਬਲ ਨੇ। ਬੀ ਹੈ ਆਪਣੇ ਕੋਲ ਗ੍ਰਾਸ, ਵੁੱਡ ਅਤੇ ਪਲਾਸਟਿਕ। ਇਹਨਾਂ 'ਚ ਪਲਾਸਟਿਕ ਕੀ ਹੈ? ਨਾਨ ਬਾਇਓਡੀਗ੍ਰੇਡੇਬਲ ਹੈ, ਤਾਂ ਇਹ ਆਪਸ਼ਨ ਨਹੀਂ ਆਏਗਾ। ਸੀ ਹੈ ਆਪਣੇ ਕੋਲ ਫਰੂਟ ਪੀਲ, ਕੇਕ ਅਤੇ ਲਾਈਮ ਜੂਸ। ਇਹ ਵੀ ਕੀ ਨੇ? ਬਾਇਓਡੀਗ੍ਰੇਡੇਬਲ ਹੁੰਦੇ ਨੇ। ਫਰੂਟ ਪੀਲ ਮਤਲਬ ਛਿਲਕੇ ਕਿਸੇ ਵੀ ਫਰੂਟ ਦੇ, ਕੇਕ ਹੋ ਗਿਆ, ਨਿੰਬੂ ਪਾਣੀ ਹੋ ਗਿਆ, ਸਾਰੇ ਬਾਇਓਡੀਗ੍ਰੇਡੇਬਲ ਨੇ। ਡੀ ਆਪਸ਼ਨ ਹੈ ਆਪਣੇ ਕੋਲ ਲੇਕ, ਵੁੱਡ ਅਤੇ ਗ੍ਰਾਸ। ਲੇਕ, ਵੁੱਡ, ਗ੍ਰਾਸ, ਇਹ ਤਿੰਨੋਂ ਚੀਜ਼ਾਂ ਬਾਇਓਡੀਗ੍ਰੇਡੇਬਲ ਨੇ, ਡੀਕੰਪੋਜ਼ ਹੋ ਸਕਦੀਆਂ ਨੇ। ਸੈਕਿੰਡ ਕੀ ਹੈ? ਵਿਚ ਆਫ ਦ ਫੋਲੋਇੰਗ ਕੌਨਸਟੀਟਿਊਟ ਫੂਡ ਚੇਨ। ਹੁਣ ਦੇਖੋ ਇਹਨਾਂ 'ਚੋਂ ਫੂਡ ਚੇਨ ਕੀ ਹੈ? ਫੂਡ ਚੇਨ ਕੀ ਹੁੰਦਾ? ਇੱਕ ਚੀਜ਼ ਮਤਲਬ ਜਿਹੜੀ ਨੈਕਸਟ ਚੀਜ਼ ਹੈ ਉਹ ਪਹਿਲੇ ਨੂੰ ਈਟੇਬਲ ਕਰ ਸਕਦੀ ਹੈ ਕਿ ਨਹੀਂ ਕਰ ਸਕਦੀ। ਗ੍ਰਾਸ, ਵੀਟ, ਮੈਂਗੋ, ਇਹ ਤਾਂ ਤਿੰਨੋਂ ਹੀ ਚੀਜ਼ਾਂ ਪ੍ਰਾਇਮਰੀ ਲੈਵਲ ਦੀਆਂ ਹੋਈਆਂ, ਤਿੰਨੋਂ ਹੀ ਪ੍ਰੋਡਿਊਸਰ ਨੇ। ਉਹ ਤੋਂ ਬਾਅਦ ਆ ਗਿਆ ਗ੍ਰਾਸ, ਗੋਟ, ਹਿਊਮਨ। ਇਹ ਫੂਡ ਚੇਨ ਹੈ। ਗ੍ਰਾਸ ਨੂੰ ਕੌਣ ਖਾਂਦਾ? ਗੋਟ, ਗੋਟ ਨੂੰ ਹਿਊਮਨਸ। ਗੋਟ, ਕਾਓ, ਐਲੀਫੈਂਟ, ਇਹ ਵੀ ਫੂਡ ਚੇਨ ਨਹੀਂ ਹੈ। ਗ੍ਰਾਸ, ਫਿਸ਼, ਗੋਟ। ਫਿਸ਼ ਤਾਂ ਗ੍ਰਾਸ ਖਾਂਦੀ ਹੋਈ ਨਹੀਂ, ਇਹ ਵੀ ਫੂਡ ਚੇਨ ਨਹੀਂ ਹੈ। ਤਾਂ ਆਪਣਾ ਆਨਸਰ ਕੀ ਹੈ? ਬੀ। ਵਿਚ ਆਫ ਦ ਫੋਲੋਇੰਗ ਆਰ ਇਨਵਾਇਰਮੈਂਟ ਫਰੈਂਡਲੀ ਪ੍ਰੈਕਟਿਸਿਸ। ਆਪਣੀ ਇਨਵਾਇਰਮੈਂਟ ਫਰੈਂਡਲੀ ਪ੍ਰੈਕਟਿਸ ਕੀ ਹੈ ਇਹਨਾਂ ਦੇ ਵਿੱਚੋਂ? ਕੈਰਿੰਗ ਕਲੋਥ ਬੈਗਸ ਟੂ ਪੁੱਟ ਇਨ ਪਰਚੇਜ਼ ਵਾਈਲ ਸ਼ਾਪਿੰਗ, ਇਹ ਤਾਂ ਹੈ। ਸਵਿਚਿੰਗ ਆਫ ਅਨਨੈਸੈਸਰੀ ਲਾਈਟਸ ਐਂਡ ਫੈਨਸ, ਇਹ ਵੀ ਹੈ। ਵਾਕਿੰਗ ਟੂ ਸਕੂਲ ਇੰਸਟੈਡ ਆਫ ਗੈਟਿੰਗ ਯੋਰ ਮਦਰ ਟੂ ਡਰੋਪ ਯੂ ਇਨ ਹਰ ਸਕੂਟਰ, ਇਹ ਵੀ ਹੈ। ਇਟ ਮੀਨਸ ਆਪਣੇ ਤਿੰਨੋਂ ਹੀ ਪ੍ਰੈਕਟਿਸ ਇਨਵਾਇਰਮੈਂਟ ਫਰੈਂਡਲੀ ਨੇ, ਤਾਂ ਆਪਣਾ ਆਨਸਰ ਕੀ ਬਣੂਗਾ? ਆਲ ਆਫ ਦੀਜ਼।
what will happen if we kill all the organisms in one trophic level? ਜੇ ਤੁਸੀਂ ਇੱਕ ਟ੍ਰੋਫਿਕ ਲੈਵਲ ਦੇ ਸਾਰੇ ਹੀ ਆਰਗੇਨਿਜ਼ਮਸ ਨੂੰ ਖ਼ਤਮ ਕਰਤਾ ਤਾਂ ਕੀ ਹੋਊਗਾ? ਫੂਡ ਚੇਨ ਟੁੱਟ ਜੂਗੀ ਪਹਿਲੀ ਗੱਲ ਤਾਂ। ਦੇਖੋ, if all the organisms of a trophic level are eliminated, then the ecological balance will be badly affected. All the food chains of nature are interconnected. When one level is completely eliminated, then the food chain gets connected to another chain. If the lions are killed in the grass deer lion food chain, the increase in population of grass fed deer will become uncontrollable. Their number will increase greatly. Their increased number will destroy the grass and vegetation, making the area a desert. The Sahara Desert is an example of this type of ecological chain. ਹੁਣ ਮੰਨ ਲਓ ਕਿਸੇ ਟ੍ਰੋਫਿਕ ਲੈਵਲ ਦਾ ਇੱਕ ਲੈਵਲ ਬਿਲਕੁਲ ਖ਼ਤਮ ਹੋ ਗਿਆ, ਆਪਾਂ ਆਰਗੇਨਿਜ਼ਮਸ ਖ਼ਤਮ ਕਰਤੇ, ਤਾਂ ਪਹਿਲੀ ਗੱਲ ਤਾਂ ਜਿਨ੍ਹਾਂ ਨੂੰ ਉਹ ਖਾਂਦਾ ਹੈ ਉਹ ਸਾਰੇ ਦੀ ਪਾਪੂਲੇਸ਼ਨ ਜ਼ਿਆਦਾ ਹੋ ਜੂਗੀ। ਜਿਵੇਂ ਉਰੇ ਐਗਜ਼ਾਮਪਲ ਇਹਨਾਂ ਨੇ ਲਾਇਨ ਦੀ ਲਿੱਤੀ ਹੈ, ਜੇ ਲਾਇਨ ਖ਼ਤਮ ਕਰਤਾ ਤਾਂ ਡੀਅਰ ਦੀ ਪਾਪੂਲੇਸ਼ਨ ਵੱਧ ਜੂਗੀ। ਜੇ ਡੀਅਰ ਦੀ ਪਾਪੂਲੇਸ਼ਨ ਵੱਧ ਗਈ ਤਾਂ ਉਹਦਾ ਸਾਰਾ ਧਰਤੀ ਦਾ ਉੱਥੇ ਦਾ ਗਰਾਸ ਖਾ ਜਾਣਗੇ, ਉੱਥੇ ਦੀ ਵੈਜੀਟੇਸ਼ਨ ਖ਼ਤਮ ਹੋ ਜੂਗੀ, ਸਿਰਫ ਉੱਥੇ ਜ਼ਮੀਨ ਹੀ ਜ਼ਮੀਨ, ਬੰਜਰ ਜ਼ਮੀਨ ਬਚ ਜੂਗੀ। ਫਿਰ ਤਾਂ ਉੱਥੇ ਸਹਾਰਾ ਡੈਜ਼ਰਟ ਹੈ ਜਿਹੜਾ, ਇਹ ਇਸ ਤਰ੍ਹਾਂ ਦੇ ਇਕੋਲੋਜੀਕਲ ਚੇਂਜ ਦੀ ਇੱਕ ਐਗਜ਼ਾਮਪਲ ਹੈ। Will the impact of removing all organisms in a trophic level be different for different trophic levels? Can the organisms of any trophic level be removed without causing any damage to the ecosystem? ਹੁਣ ਇਹ ਪੁੱਛ ਰਹੇ ਨੇ ਵੀ ਇਹ ਤਾਂ ਆਪਾਂ ਨੇ ਸਭ ਤੋਂ ਹਾਈਐਸਟ ਲੈਵਲ ਵਾਲੀ ਟ੍ਰੋਫਿਕ ਲੈਵਲ ਨੂੰ ਆਪਾਂ ਉੱਪਰਲੇ ਕੁਐਸਚਨ ਦੇ ਵਿੱਚ ਖ਼ਤਮ ਕੀਤਾ ਸੀ। ਅਗਰ ਆਪਾਂ ਕਿਸੇ ਹੋਰ ਲੈਵਲ ਨੂੰ ਰਿਮੂਵ ਕਰੀਏ ਤਾਂ ਉਹਦਾ ਕੀ ਇਫੈਕਟ ਪਊਗਾ ਔਰ ਕਿੰਨਾ ਕੁ ਡੈਮੇਜ ਹੋਊਗਾ ਜਾਂ ਨਹੀਂ ਹੋਊਗਾ। ਤਾਂ ਉਰੇ ਕੀ ਹੈ, ਦ ਇਫੈਕਟ ਆਫ ਰਿਮੂਵਿੰਗ ਆਲ ਮੈਂਬਰਸ ਆਫ ਅ ਟ੍ਰੋਫਿਕ ਲੈਵਲ ਵਿਲ ਬੀ ਡਿਫਰੈਂਟ ਐਟ ਡਿਫਰੈਂਟ ਟ੍ਰੋਫਿਕ ਲੈਵਲਸ। ਇਫੈਕਟ ਆਫ ਰਿਮੂਵਲ ਆਫ ਪ੍ਰੋਡਿਊਸਰਸ, ਜੇ ਤੁਸੀਂ ਪ੍ਰੋਡਿਊਸਰਸ ਖ਼ਤਮ ਕਰਤੇ, ਜੇ ਤੁਸੀਂ ਪ੍ਰੋਡਿਊਸਰਸ ਹੀ ਖ਼ਤਮ ਕਰਤੇ ਫਿਰ ਤਾਂ ਸਾਰਾ ਈਕੋਸਿਸਟਮ ਹੀ ਖ਼ਤਮ ਹੋ ਗਿਆ, ਕਿਸੇ ਦੇ ਖਾਣ ਲਈ ਕੁਛ ਬਚਿਆ ਹੀ ਨਹੀਂ। ਜੇ ਖਾਣਾ ਨਹੀਂ ਮਿਲੂਗਾ ਤਾਂ ਕੁਛ ਵੀ ਨਹੀਂ ਹੋ ਸਕਦਾ, ਨਾ ਹਿਊਮਨਸ ਰਹਿ ਸਕਦੇ, ਨਾ ਕੋਈ ਜੀਵ ਜੰਤੂ ਰਹਿ ਸਕਦਾ, ਤਾਂ ਸਾਰਾ ਕੁਛ ਹੀ ਖ਼ਤਮ ਹੋ ਜੂਗਾ ਜੇ ਪ੍ਰੋਡਿਊਸਰ ਖ਼ਤਮ ਕਰਤੇ। ਇਫੈਕਟ ਆਫ ਰਿਮੂਵਲ ਆਫ ਵੈਜੀਟੇਰੀਅਨਸ, ਜਿਹੜੇ ਆਪਣੇ ਹਰਬੀਵੋਰ ਹੁੰਦੇ ਨੇ, ਜੇ ਉਹਨਾਂ ਨੂੰ ਖ਼ਤਮ ਕਰਤਾ ਫਿਰ ਕੀ ਹੋਊਗਾ? ਫਿਰ ਜਿਹੜੇ ਆਪਣੇ ਪ੍ਰੋਡਿਊਸਰਸ ਨੇ ਇਹਨਾਂ ਨੂੰ ਖਾਣ ਲਈ ਕੋਈ ਨਹੀਂ ਹੋਊਗਾ ਅਤੇ ਕਾਰਨੀਵੋਰਸ ਵਾਸਤੇ ਖਾਣਾ ਨਹੀਂ ਹੋਊਗਾ, ਕਿਉਂਕਿ ਪ੍ਰੋਡਿਊਸਰਸ ਨੂੰ ਹਰਬੀਵੋਰ ਖਾਂਦੇ ਅਤੇ ਹਰਬੀਵੋਰ ਨੂੰ ਕਾਰਨੀਵੋਰ ਖਾਂਦਾ। ਫਿਰ ਦੋਨੋਂ ਇਫੈਕਟ ਆਪਣੀਆਂ ਉਸ ਤੋਂ ਪਹਿਲੇ ਵਾਲੀ ਵੀ ਔਰ ਉਸ ਤੋਂ ਨੈਕਸਟ ਟ੍ਰੋਫਿਕ ਲੈਵਲ ਹੈ ਉਹ ਬੈਡਲੀ ਇਫੈਕਟ ਹੋਊਗਾ। ਹੁਣ ਜੇ ਕਾਰਨੀਵੋਰਸ ਨੂੰ ਰਿਮੂਵ ਕਰਤਾ, ਕਾਰਨੀਵੋਰਸ ਦੇ ਰਿਮੂਵਲ ਦੀ ਆਪਾਂ ਐਗਜ਼ਾਮਪਲ ਪੜ੍ਹੀ ਸੀ ਲਾਇਨ ਵਾਲੀ, ਕੀ ਹੋਊਗਾ? ਉੱਥੇ ਦੀ ਵੈਜੀਟੇਸ਼ਨ ਹੀ ਖ਼ਤਮ ਹੋ ਜੂਗੀ। ਜੇ ਆਪਾਂ ਡੀਕੰਪੋਜ਼ਰਸ ਨੂੰ ਖ਼ਤਮ ਕੀਤਾ, ਜੇ ਡੀਕੰਪੋਜ਼ਰਸ ਨੂੰ ਖ਼ਤਮ ਕੀਤਾ ਤਾਂ ਜਿਹੜਾ ਡੈਡ ਰਿਮੇਨਸ ਨੇ ਉਹ ਤਾਂ ਉੱਥੇ ਹੀ ਰਹਿ ਜਾਣਗੇ, ਬੈਕਟੀਰੀਆ ਫੈਲਣ ਲੱਗ ਜੂਗਾ, ਬਿਮਾਰੀਆਂ ਫੈਲਣ ਲੱਗ ਜਾਣਗੀਆਂ ਡੈਡ ਐਨੀਮਲਸ ਤੋਂ। ਜਿਹੜੇ ਨਿਊਟਰੀਐਂਟਸ, ਜਿਹੜੀ ਖਾਦ ਬਣਦੀ ਆ ਉਹ ਨਿਊਟਰੀਐਂਟਸ ਨਹੀਂ ਮਿਲਣੇ ਸੋਇਲ ਨੂੰ। ਸੋ ਆਪਾਂ ਇਹ ਕਹਿ ਸਕਦੇ ਹਾਂ ਵੀ ਕਿਸੇ ਵੀ ਟ੍ਰੋਫਿਕ ਲੈਵਲ ਨੂੰ ਅਗਰ ਆਪਾਂ ਹਿਲਾਉਂਦੇ ਹਾਂ, ਖ਼ਤਮ ਕਰਦੇ ਹਾਂ, ਤਾਂ ਸਾਰਾ ਇਕੋਸਿਸਟਮ ਹਿੱਲ ਜੂਗਾ, ਜਿਸ ਦੇ ਨਾਲ ਸਾਰਿਆਂ ਨੂੰ ਹੀ ਓਵਰਆਲ ਸਾਰੇ ਇਕੋਸਿਸਟਮ ਨੂੰ, ਸਾਰੇ ਹੀ ਆਰਗੇਨਿਜ਼ਮਸ ਨੂੰ ਨੁਕਸਾਨ ਹੋਊਗਾ ਇਸ ਦਾ। ਨੈਕਸਟ ਕੁਐਸਚਨ ਆਪਣੇ ਕੋਲ, ਵਟ ਇਜ਼ ਬਾਇਓਲੋਜੀਕਲ ਮੈਗਨੀਫਿਕੇਸ਼ਨ? ਬਾਇਓਲੋਜੀਕਲ ਮੈਗਨੀਫਿਕੇਸ਼ਨ ਕੀ ਹੁੰਦੀ ਹੈ? ਵਿਲ ਦ ਲੈਵਲਸ ਆਫ ਮੈਗਨੀਫਿਕੇਸ਼ਨ ਵੀ ਡਿਫਰੈਂਟ ਐਟ ਡਿਫਰੈਂਟ ਲੈਵਲਸ ਆਫ ਦ ਇਕੋਸਿਸਟਮ? ਕੀ ਇਹਨਾਂ ਦੇ ਲੈਵਲਸ ਡਿਫਰੈਂਟ ਹੋਣਗੇ ਅਲੱਗ-ਅਲੱਗ ਲੈਵਲਸ 'ਤੇ? ਬਾਇਓਲੋਜੀਕਲ ਮੈਗਨੀਫਿਕੇਸ਼ਨ ਕੀ ਹੁੰਦਾ? The process of entering of harmful chemicals into our food chain by various means and their concentration in our body is called biomagnification. ਹਾਰਮਫੁਲ ਕੈਮੀਕਲਸ ਦਾ ਆਪਣੀ ਫੂਡ ਚੇਨ ਔਰ ਉੱਥੇ ਤੋਂ ਆਪਣੀ ਬੋਡੀ ਦੇ ਵਿੱਚ ਆਉਣਾ, ਇਹਨੂੰ ਕੀ ਕਿਹਾ ਜਾਂਦਾ? ਬਾਇਓਮੈਗਨੀਫਿਕੇਸ਼ਨ। ਇਹ ਜਿਹੜੇ ਕੈਮੀਕਲਸ ਨੇ ਇਹ ਅਲੱਗ-ਅਲੱਗ ਤਰੀਕਿਆਂ ਨਾਲ ਆਪਣੇ ਕੋਲ ਆ ਸਕਦੇ ਨੇ। ਜਿਵੇਂ ਆਪਾਂ ਜਿਹੜੀ ਕ੍ਰੌਪਸ ਹੁੰਦੀਆਂ ਨੇ ਉੱਥੇ ਪੈਸਟੀਸਾਈਡ, ਇਨਸੈਕਟੀਸਾਈਡ ਛਿੜਕਦੇ ਆ, ਇਹ ਕੈਮੀਕਲਸ ਹੁੰਦੇ ਨੇ, ਠੀਕ ਹੈ, ਡਿਜ਼ੀਜ਼ਿਸ ਤੋਂ ਬਚਾਉਂਦੇ ਨੇ ਕ੍ਰੌਪਸ ਨੂੰ, ਪਰ ਇਹਨਾਂ ਦਾ ਕੁਛ ਨਾ ਕੁਛ ਬੈਡ ਇਫੈਕਟ ਤਾਂ ਆਪਣੇ 'ਤੇ ਪੈਂਦਾ ਹੈ। ਵੀ ਇੱਕ ਬਾਇਓਮੈਗਨੀਫਿਕੇਸ਼ਨ ਦੀ ਐਗਜ਼ਾਮਪਲ ਹੈ, ਕਿਉਂਕਿ ਜਦੋਂ ਆਪਾਂ ਉਹਨੂੰ ਵਾਸ਼ ਕਰਦੇ ਹਾਂ, ਵਾਸ਼ ਤਾਂ ਉਹ ਪ੍ਰੋਪਰਲੀ ਹੁੰਦੇ ਨਹੀਂ ਹੈ, ਉਹ ਸੋਇਲ ਦੇ ਵਿੱਚ ਨੀਚੇ ਤੱਕ ਚਲੇ ਜਾਂਦੇ ਨੇ, ਰੂਟਸ ਤੱਕ, ਅੱਗੇ ਹੋਰ ਜਿਹੜੀਆਂ ਕ੍ਰੌਪਸ ਹੁੰਦੀਆਂ ਨੇ ਉਹਨਾਂ ਦੇ ਵਿੱਚ ਵੀ ਐਂਟਰ ਕਰ ਜਾਂਦੇ ਨੇ, ਠੀਕ ਹੈ। ਹੁਣ ਜਿਹੜਾ ਮੈਨ ਹੈ, ਇੱਕ ਇਨਸਾਨ, ਇਹ ਓਮਨੀਵੋਰ ਹੁੰਦਾ, ਕਿਉਂਕਿ ਇਹ ਹਰਬੀਵੋਰਸ ਵਾਂਗੂ ਪਲਾਂਟਸ ਵੀ ਖਾਂਦਾ ਅਤੇ ਕਾਰਨੀਵੋਰਸ ਵਾਂਗੂ ਫਲੈਸ਼ ਵੀ ਖਾਂਦਾ। ਤਾਂ
ਤਾਂ ਇਸ ਦੇ ਕਰਕੇ ਜਿਹੜੀ ਬਾਇਓਮੈਗਨੀਫਿਕੇਸ਼ਨ ਹੈਗੀ ਹੈ ਇਹ ਸਭ ਤੋਂ ਜ਼ਿਆਦਾ ਕਿਹਦੇ 'ਚ ਹੁੰਦੀ ਹੈ? ਹਿਊਮਨਸ ਦੇ ਵਿੱਚ ਹੁੰਦੀ ਹੈ, ਕਿਉਂਕਿ ਹਿਊਮਨਸ ਨੇ ਤਾਂ ਦੋਨੋਂ ਹੀ ਚੀਜ਼ਾਂ ਖਾਣੀਆਂ ਨੇ। ਫੋਰ ਐਗਜ਼ਾਮਪਲ, ਅ ਲਾਰਜ ਅਮਾਊਂਟ ਆਫ DDT was spread around Lake Michigan in North America to kill mosquitoes, which greatly reduced the number of birds called pelicans. It was found by environmental experts that per million particles of water, 0.2 particles were of DDT. Due to high levels of DDT, the pelicans' eggshells became thinner, causing the eggs to break before hatching. ਐਵੇਂ ਇਹਨਾਂ ਨੇ ਇੱਕ ਐਗਜ਼ਾਮਪਲ ਦਿੱਤੀ ਹੈ ਨਾਰਥ ਅਮਰੀਕਾ ਦੀ, ਜਿੱਥੇ ਮਸਕੀਟੋਜ਼ ਨੂੰ ਭਜਾਉਣ ਲਈ ਉਹਨਾਂ ਨੇ ਇੱਕ DDT ਸਪਰੇ ਕੀਤੀ, ਜਿਹਦੇ ਕਰਕੇ ਪੈਲੀਕਨਸ ਸੀਗੇ ਬਰਡਸ, ਉਹਨਾਂ ਦੇ ਜਿਹੜੇ ਐਗਸ਼ੈਲਸ ਸੀ, ਮਤਲਬ ਜਿਹੜੇ ਅੰਡੇ ਸੀ, ਉਹ ਉਹਦੇ ਵਿੱਚੋਂ ਇੱਕ ਬੱਚਾ ਨਿਕਲਣ ਤੋਂ ਪਹਿਲਾਂ ਹੀ, ਨੈਕਸਟ ਬਰਡ ਬਣਨ ਤੋਂ ਪਹਿਲਾਂ ਹੀ ਉਹ ਟੁੱਟ ਜਾਂਦੇ ਸੀਗੇ। What are the problems caused by non-biodegradable waste that we generate? Non-biodegradable waste ਦੀ ਪ੍ਰੋਬਲਮਸ ਕੀ ਨੇ? ਸਭ ਤੋਂ ਪਹਿਲੀ ਗੱਲ ਤਾਂ ਇਹ ਖ਼ਤਮ ਨਹੀਂ ਹੁੰਦਾ ਇਨਵਾਇਰਮੈਂਟ ਦੇ ਵਿੱਚੋਂ, ਇਹ ਬਲੌਕ ਕਰਦਾ ਨਾਲਿਆਂ ਨੂੰ, ਸੋਇਲ ਪੋਲਿਊਸ਼ਨ ਕਰਦਾ ਹੈ ਧਰਤੀ ਦੇ ਨੀਚੇ ਜਾ ਕੇ, ਡੈਥ ਆਫ ਹਰਬੀਵੋਰ ਐਨੀਮਲਸ ਡਿਊ ਟੂ ਇੰਡਾਈਜੈਸ਼ਨ। ਹੁਣ ਜਿਹੜੇ ਹਰਬੀਵੋਰ ਐਨੀਮਲਸ ਨੇ ਉਹਨਾਂ ਨੂੰ ਜੇ ਕਿਤੇ ਪਲਾਸਟਿਕ ਦਾ ਵੀ ਵਿੱਚ ਗਲਾਸ ਦੇ ਵਿੱਚ ਕਿਤੇ ਪਲਾਸਟਿਕ ਗਿਰਿਆ ਹੋਇਆ ਉਹਨਾਂ ਨੂੰ ਖਾ ਲੈਣ ਤਾਂ ਉਹਨਾਂ ਦੀ ਡੈਥ ਹੋ ਸਕਦੀ ਹੈ। ਬਾਇਓਮੈਗਨੀਫਿਕੇਸ਼ਨ ਕਰਦੇ ਨੇ ਹਿਊਮਨ ਬੋਡੀ ਦੇ ਵਿੱਚ, ਇਕੋਲੋਜੀਕਲ ਬੈਲੈਂਸ ਨੂੰ ਖਰਾਬ ਕਰਦੇ ਨੇ, ਵਾਟਰ, ਏਅਰ, ਸੋਇਲ ਸਭ ਦੀ ਪੋਲਿਊਸ਼ਨ ਕਰਦੇ ਨੇ, ਮਤਲਬ ਇਹ ਹਰ ਤਰ੍ਹਾਂ ਤੋਂ ਹਾਰਮਫੁਲ ਨੇ। If all the waste we generate is biodegradable, it will have no effect on our environment. ਅਗਰ ਸਾਰਾ ਹੀ ਬਾਇਓਡੀਗ੍ਰੇਡੇਬਲ ਹੋ ਜੇ ਔਰ ਡਿਸਪੋਜ਼ ਹੋਣ ਲੱਗ ਗਏ ਪ੍ਰੋਪਰਲੀ, ਫਿਰ ਤਾਂ ਇਹਨਾਂ ਦਾ ਕੋਈ ਇਫੈਕਟ ਹੋ ਹੀ ਨਹੀਂ ਸਕਦਾ, ਕਿਉਂਕਿ ਜੇ ਸਾਰਾ ਮੈਨੇਜ ਹੀ ਹੋ ਗਿਆ ਜਿੰਨਾ ਵੇਸਟ ਸੀ, ਫਿਰ ਤਾਂ ਉਹ ਕੀ ਨੁਕਸਾਨ ਕਰੂਗਾ। ਵਾਈ ਇਜ਼ ਡੈਮੇਜ ਟੂ ਓਜ਼ੋਨ ਕਾਜ਼ ਆਫ ਕੰਸਰਨ? ਵਟ ਸਟੈਪਸ ਆਰ ਬੀਇੰਗ ਟੇਕਨ ਟੂ ਲਿਮਿਟ ਦਿਸ ਡੈਮੇਜ? ਜਿਹੜੀ ਓਜ਼ੋਨ ਲੇਅਰ ਹੈ ਇਹ ਡਿਪਲੀਟ ਹੋ ਰਹੀ ਹੈ ਅਲੱਗ-ਅਲੱਗ ਕਾਰਨਾਂ ਕਰਕੇ। ਇੱਕ ਤਾਂ ਜਿਹੜੇ ਕਲੋਰੋਫਲੋਰੋਕਾਰਬਨਸ ਨੇ, CFCs ਨੇ, ਇਹ ਓਜ਼ੋਨ ਦੇ ਵਿੱਚ ਹੋਲ ਕਰਦੇ ਨੇ। CFCs ਕਿੱਥੋਂ ਬਣਦੇ ਨੇ? ਜਿਵੇਂ AC ਦੇ ਵਿੱਚ ਜਿਹੜੀ ਗੈਸ ਭਰੀ ਜਾਂਦੀ ਹੈ, ਜਿਹੜੇ ਆਪਣੇ ਫਰਿੱਜ ਹੁੰਦੇ ਨੇ ਇਹਨਾਂ ਦੇ ਵਿੱਚ ਜਿਹੜੀ ਗੈਸ ਭਰੀ ਜਾਂਦੀ ਹੈ, ਜਿਹੜੀ ਕਿ ਹੁੰਦੀ ਹੈ ਕਲੋਰੋਫਲੋਰੋਕਾਰਬਨ, ਜਿਹੜੇ ਕਿ ਓਜ਼ੋਨ ਨੂੰ ਡਿਪਲੀਟ ਕਰਦੇ ਨੇ। ਡਿਊ ਟੂ ਵਿਚ ਅਲਟਰਾਵਾਇਲਟ ਰੇਡੀਏਸ਼ਨਸ ਪ੍ਰੈਜ਼ੈਂਟ ਇਨ ਦ ਸੈਲੂਲਾਈਟ ਹੈਵ ਸਟਾਰਟਡ ਕਮਿੰਗ ਡਾਇਰੈਕਟਲੀ ਟੂ ਅਰਥ, ਜਿਹਦੇ ਕਰਕੇ ਕੈਟਰੈਕਟ, ਕੈਂਸਰ ਔਰ ਸਕਿਨ ਡਿਜ਼ੀਜ਼ਿਸ ਜਿਹੜੀਆਂ ਨੇ ਉਹ ਜ਼ਿਆਦਾ ਵੱਧ ਰਹੀਆਂ ਨੇ, ਸਕਿਨ ਕੈਂਸਰ ਵੱਧ ਰਿਹਾ। ਜਿਹੜੀ ਓਜ਼ੋਨ ਹੈ ਉਹ ਇਹਨਾਂ ਨੂੰ ਰੇਡੀਏਸ਼ਨਸ ਨੂੰ ਐਬਜ਼ੋਰਬ ਕਰ ਲੈਂਦੀ ਸੀ, ਪਰ ਜੇ ਓਜ਼ੋਨ ਹੀ ਨਹੀਂ ਰਹੂਗੀ ਫਿਰ ਰੇਡੀਏਸ਼ਨਸ ਸਿੱਧਾ ਹੀ ਆਉਣਗੀਆਂ। ਇਸ ਦੇ ਵਾਸਤੇ ਟੂ ਲਿਮਿਟ ਦਿਸ ਡੈਮੇਜ ਇਨ 1987 UN Environment Program anonymously agreed to limit the production of chlorofluorocarbons in 1986 levels. In the 1987 Montreal Protocol called for 50% reduction in use of chlorofluorocarbons by 1998. At the Montreal Protocol meeting in 1992 and 1996 and a gradual ban on CFC were accepted. Now the use of hydrofluorocarbons has been started in place of chlorofluorocarbons which do not contain chlorine and bromine that damage the ozone layer. There is almost no awareness about it in the general public. Awareness needs to be increasing. ਤਾਂ ਨੋਰਮਲ ਲੋਕਾਂ ਦੇ ਵਿੱਚ ਇਸ ਚੀਜ਼ ਦੀ ਅਵੇਅਰਨੈਸ ਨਹੀਂ ਹੈਗੀ। ਔਰ ਦੂਜਾ ਹੁਣ ਕੀ ਫੈਸਲਾ ਲਿਆ ਗਿਆ ਕਿ UNEP ਵੱਲੋਂ ਵੀ ਜਿਹੜੇ ਕਲੋਰੋਫਲੋਰੋਕਾਰਬਨ ਨੇ ਇਹਨਾਂ ਨੂੰ ਕਿਹਨੇ ਰਿਪਲੇਸ ਕਰਤਾ? ਹਾਈਡਰੋਫਲੋਰੋਕਾਰਬਨ 'ਚ। ਕਲੋਰੋਫਲੋਰੋ 'ਚ ਕਲੋਰੋ ਦਾ ਮਤਲਬ ਕਲੋਰੀਨ ਹੈ, ਫਲੋਰੋ ਦਾ ਮਤਲਬ ਫਲੋਰੀਨ ਹੈ। ਇਹ ਦੋਨੋਂ ਹੀ ਓਜ਼ੋਨ ਨੂੰ ਡਿਪਲੀਟ ਕਰਨ ਦਾ ਜ਼ਿਆਦਾ ਕੰਮ ਕਰ ਰਹੇ ਨੇ। ਜੇ ਹਾਈਡਰੋਫਲੋਰੋਕਾਰਬਨਸ ਲੈ ਲਏ ਤਾਂ ਜਿਹੜੇ ਹਾਈਡਰੋਜਨ ਹੈ ਉਹ ਡਿਪਲੀਟ ਨਹੀਂ ਕਰਦਾ। ਗਵਰਨਮੈਂਟ ਅਰਾਊਂਡ ਦਾ ਵਰਲਡ ਸ਼ੁੱਡ ਡੂ ਦਾ ਫੋਲੋਇੰਗ ਥਿੰਗਸ। ਹੁਣ ਇਸ ਤੋਂ ਇਲਾਵਾ ਗਵਰਨਮੈਂਟ ਕੀ ਸਟੈਪਸ ਲੈ ਸਕਦੀ ਹੈ? ਲੈਟਸ ਯੂਜ਼ ਦਾ ਸੁਪਰਸੋਨਿਕ ਏਅਰਕ੍ਰਾਫਟ, ਨਿਊਕਲੀਅਰ ਐਕਸਪਲੋਜ਼ਨਸ ਘਟਾ ਦਿਓ, ਕਲੋਰੋਫਲੋਰੋਕਾਰਬਨਸ ਨੂੰ ਘੱਟ ਯੂਜ਼ ਕੀਤਾ ਜਾਵੇ ਔਰ ਕਲੋਰੋਫਲੋਰੋਕਾਰਬਨ ਦੀ ਜਗ੍ਹਾ ਆਪਾਂ ਹੋਰ ਸੇਫ ਅਲਟਰਨੇਟਿਵ ਯੂਜ਼ ਕਰ ਸਕੀਏ ਜਿਹੜਾ ਉਹਦਾ ਕੰਮ ਕਰ ਸਕਣ। ਇਸ ਦੇ ਨਾਲ ਆਪਣਾ ਚੈਪਟਰ ਨੰਬਰ 13 ਆਰ ਇਨਵਾਇਰਮੈਂਟ ਕੰਪਲੀਟ ਹੋ ਗਿਆ। ਆਈ ਹੋਪ ਤੁਹਾਨੂੰ ਇਹ ਚੈਪਟਰ ਸਮਝ ਆ ਗਿਆ ਹੋਏਗਾ। ਥੈਂਕ ਯੂ।